ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਵਾਹਿਗੁਰੂ ਜੀ। ਆ ਪਿੱਛੇ ਬੈਠੇ ਸਾਹਮਣੇ ਆ ਜਾਓ। ਵਾਹਿਗੁਰੂ ਜੀ। ਉੱਪਰ ਹੋ ਜਾਓ, ਉੱਤੇ ਬਹਿ ਜਾਓ ਉੱਪਰ। हम संतन की रेन प्यारे, हम संतन की सरना, संत हमारी संत हमारी ओट सतानी, संत हमारा गहना। ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਨਾਰਦ ਕਹੇ ਸੁਣ ਧਰੂ ਬਾਲਕ, ਭਜਨ ਮਾਹੇ ਲਿਪਟਾਨੋ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਮਤ ਬਖਸ਼ਦੇ ਆ। ਇੱਕੋ ਹੀ ਕਰਮ ਸਭ ਤੋਂ ਉੱਤਮ ਹੈ ਕਿ ਜਿਹੜਾ ਪਰਮੇਸ਼ਰ ਦਾ ਨਾਮ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਉਹਨੂੰ ਜਪ। ਜਿਵੇਂ ਵੀ ਜਪਿਆ ਜਾਂਦਾ ਹੈ ਗੁਰੂ ਪੀਰ ਦੇ ਨਾਲ, ਸਾਧ ਸੰਗਤ ਦੇ ਨਾਲ, ਭਾਵਨਾ ਸ਼ਰਧਾ ਦੇ ਨਾਲ ਪੜਿਓ। ਦੁਖ ਹਰਤਾ ਹਰਿ ਨਾਮ ਪਛਾਨੋ। ਹਰੀ ਦੇ ਨਾਮ ਦੀ ਪਛਾਣ ਕਰ ਲੋ, ਇਹ ਦੁੱਖ ਕੱਟਦਾ ਹੈ, ਇਹ ਦੁੱਖਾਂ ਨੂੰ ਦੂਰ ਕਰਦਾ ਹੈ। ਅਜਾਮਲ ਗਨ ਕਾ ਜਹ ਸਿਮਰਤ ਮੁਕਤ ਭਏ ਜੀ ਜਾਨੋ। ਅਜਾਮਲ ਵਰਗੇ ਪਾਪੀ ਗਣਕਾ ਵਰਗੇ ਜਿਨ੍ਹਾਂ ਨੂੰ ਸਿਮਰ ਕੇ ਮੁਕਤ ਹੋ ਗਏ, ਇਹ ਆਪਦੇ ਹਿਰਦੇ ਵਿੱਚ ਜਾਣ ਲਾ ਚੰਗੀ ਤਰ੍ਹਾਂ। ਗਜ ਕੀ ਤਰਾਸ ਮਿਟੀ ਛਿਨਹੁ ਮਹਿ ਜਬ ਹੀ ਰਾਮ ਬਖਾਨੋ। ਇਹ ਸ਼ਾਸਤਰਾਂ ਦੇ ਬਚਨ ਨੇ, ਸਾਰੇ ਪ੍ਰਾਤਨ ਗ੍ਰੰਥਾਂ ਵਿੱਚ ਇਹ ਸਾਖੀਆਂ ਨੇ ਕਿ ਇੱਕ ਹਾਥੀ
ਜਲ ਵਿੱਚ ਨਹਾਉਣ ਵਾਸਤੇ, ਇਸ਼ਨਾਨ ਵਾਸਤੇ ਅੰਦਰ ਪਾਣੀ 'ਚ ਵੜਿਆ, ਉਹਨੂੰ ਤੰਦੂਏ ਨੇ ਤਾਰ ਪਾ ਕੇ ਖਿੱਚ ਲਿਆ। ਬਹੁਤ ਯੁੱਧ ਹੁੰਦਾ ਰਿਹਾ, ਉਹ ਬਾਹਰ ਨੂੰ ਖਿੱਚੇ, ਤੰਦੂਆ ਅੰਦਰ ਨੂੰ ਖਿੱਚੇ। ਅਖੀਰੀ ਉਹਨੇ ਪਰਮੇਸ਼ਰ ਅੱਗੇ ਪੁਕਾਰ ਕੀਤੀ। ਜਦੋਂ ਹਾਰ ਗਿਆ, ਕਵਲ ਦਾ ਫੁੱਲ ਤੋੜ ਕੇ ਆਪਣੀ ਸੁੰਡ ਦੇ ਨਾਲ ਪਰਮੇਸ਼ਰ ਨੂੰ ਪੁਕਾਰਿਆ ਕਿ ਮੇਰੀ ਰੱਖਿਆ ਕਰ। ਐਰਾਵਤੀ ਹਾਥੀ ਨੂੰ ਕਹਿੰਦੇ ਆ। ਉਸ ਸਮੇਂ ਐਰਾਵਤੀ ਨੂੰ ਆਣ ਕੇ ਬਚਾਇਆ। ਆਪਣੇ ਸੁਦਰਸ਼ਨ ਚੱਕਰ ਦੇ ਨਾਲ ਇਹ ਭਗਵਾਨ ਕ੍ਰਿਸ਼ਨ ਜੀ ਦੇ ਕੋਲ ਸੀ। ਸੁਦਰਸ਼ਨ ਚੱਕਰ ਦੇ ਨਾਲ ਉਹਦੀਆਂ ਤਾਰਾਂ ਕੱਟੀਆਂ ਤੇ ਤੰਦੂਏ ਨੂੰ ਬਚਾਇਆ। ਤੰਦੂਏ ਤੋਂ ਹਾਥੀ ਨੂੰ ਗੱਜ ਗੱਜ ਕੀ ਤਰਾਸ ਮਿਟੀ ਛਿਨੂ ਮੈਂ ਜਬ ਹੀ ਰਾਮ ਬਖਾਨੂ। ਜਦੋਂ ਉਹਨੇ ਰਾਮ ਦਾ ਨਾਮ ਲਿਆ, ਉਹਦੀ ਉਦੋਂ ਹੀ ਤਕਲੀਫ ਮਿਟ ਗਈ। ਤੂੰ ਵੀ ਦੁੱਖ ਵਾਸਤੇ, ਤਕਲੀਫ ਵਾਸਤੇ ਪਰਮੇਸ਼ਰ ਦਾ ਨਾਮ ਜਪਿਆ ਕਰ। ਹੁਣ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ। ਨਾਰਦ ਕਹਿਤ ਸੁਨ ਤਰੂ ਬਾਰਿਕ ਭਜਨ ਮਾਹੇ ਲਪਟਾਨੋ। ਤਰੂ ਸੀ ਬੱਚਾ, ਭਗਤੀ ਕਰਨ ਵਾਸਤੇ ਨਿਕਲ ਗਿਆ। ਅੱਗੇ ਸਨ ਨਾਰਦ ਮੁਨੀ ਜੀ, ਉਹ ਇਸ ਬੱਚੇ ਨੂੰ ਮਿਲੇ, ਉਪਦੇਸ਼ ਮੰਤਰ ਦਿੱਤਾ। ਧਰੂਵ ਨੇ ਗੁਰੂ ਧਾਰਨ ਕੀਤਾ ਨਾਰਦ ਜੀ ਨੂੰ। ਨਾਰਦ ਜੀ ਕਹਿੰਦੇ ਸੀ ਤੂੰ ਬੱਚਾ ਹੈ, ਜੰਗਲ ਵਿੱਚ ਨਾ ਜਾ, ਉੱਥੇ ਬੜੇ ਸ਼ਿਕਾਰ ਕਰਨ ਵਾਲੇ ਬੜੇ ਬੜੇ ਸ਼ਿਕਾਰੀ ਜਾਨਵਰ ਨੇ, ਤੈਨੂੰ ਖਾ ਜਾਣਗੇ। ਕਹਿੰਦਾ ਮੇਰੀ ਪਰਮੇਸ਼ਰ ਰੱਖਿਆ ਕਰੇਗਾ, ਮੈਨੂੰ ਉਹ ਜੰਗਲੀ ਜਾਨਵਰ ਨਹੀਂ ਖਾਣਗੇ। ਉਹਦੇ ਤੇ ਮੈਨੂੰ ਭਰੋਸਾ ਹੈ, ਮੇਰੀ ਉਹ ਰੱਖਿਆ ਕਰੇਗਾ। ਮੈਂ ਜ਼ਰੂਰ ਜਾਣਾ ਹੈ, ਭਗਤੀ ਕਰਨੀ ਹੈ। ਕਾਹਦੇ ਵਾਸਤੇ ਕਰਨੀ? ਕਹਿੰਦੇ ਮੈਨੂੰ ਰਾਜ ਮਿਲੇ। ਕਹਿੰਦੇ ਰਾਜ ਤਾਂ ਮੈਂ ਰਾਜੇ ਨੂੰ ਸਮਝਾਵਾਂਗਾ, ਰਾਜ ਤਾਂ ਤੈਨੂੰ ਹੁਣੇ ਹੀ ਦੇ ਦਿਆਂਗੇ, ਵੰਡ ਕੇ ਦੇ ਦਿਆਂਗੇ। ਅੱਧਾ ਰਾਜ ਤੂੰ ਕਰ ਲਈ ਤੇ ਅੱਧਾ ਤੇਰਾ ਪਿਓ ਕਰ ਲਏਗਾ। ਉਹਨੇ ਕਿਹਾ ਮਹਾਰਾਜ ਜੀ, ਅਜੇ ਤਾਂ ਮੈਂ ਭਗਤੀ ਕਰਨ ਚੱਲਿਆ ਤੇ ਮੈਨੂੰ ਅੱਧਾ ਰਾਜ ਮਿਲਦਾ ਪਿਆ। ਇਹਦਾ ਮਤਲਬ ਇਸ ਭਗਤੀ ਵਿੱਚ ਬਹੁਤ ਸ਼ਕਤੀ। ਜੇ ਮੈਂ ਪੂਰਾ ਸਮਾਂ ਭਗਤੀ ਕਰ ਲਈ, ਜ਼ਰੂਰ ਜਿੰਨੇ ਮੇਰੇ ਦੁਸ਼ਮਣ ਨੇ ਉਹ ਮਿੱਤਰ ਬਣ ਜਾਣਗੇ। ਜਿਹੜੀ ਮਾਂ ਮੇਰੇ ਨਾਲ ਈਰਖਾ ਕਰਦੀ ਹੈ, ਮੈਨੂੰ ਵੇਖਣਾ ਨਹੀਂ ਚਾਹੁੰਦੀ, ਉਹ ਭਜਨ ਦੇ ਨਾਲ, ਉਹ ਵੀ ਬੰਦਗੀ ਦੇ ਨਾਲ, ਉਹਦਾ ਵੀ, ਉਹ ਵੀ ਮੇਰੇ ਨਾਲ ਪਿਆਰ ਕਰੇਗੀ, ਈਰਖਾ ਨਹੀਂ ਕਰੇਗੀ। ਨਾਮ ਦੀ ਸ਼ਕਤੀ ਦੇ ਨਾਲ ਦੁਸ਼ਮਣ ਵੀ ਢਲ ਜਾਂਦੇ ਆ, ਮਿੱਤਰ ਹੋ ਜਾਂਦੇ ਆ। ਮੈਂ ਜ਼ਰੂਰ ਬੰਦਗੀ ਕਰਾਂਗਾ। ਮਾਂ ਨੇ ਸਿੱਖਿਆ ਦਿੱਤੀ ਸੀ ਕਿ ਭਗਤੀ ਤੋਂ ਬਗੈਰ ਸੁੱਖ ਨਹੀਂ ਮਿਲਦੀ। ਜਿੰਨਾ ਦੋਸ਼ ਹੁੰਦਾ ਹੈ ਸਾਡੇ ਕਰਮਾਂ ਦਾ ਹੁੰਦਾ ਹੈ। ਗੁਰੂ ਸਾਹਿਬ ਵੀ ਕਹਿੰਦੇ ਆ ਕਿਸੇ ਦੇ ਨਾ ਕੱਢਿਆ ਕਰ। ਜਿਸ ਸਮੇਂ ਬਾਬਾ ਮੀਆਂ ਸਿੰਘ ਜੀ ਮਹਾਂਪੁਰ ਕਹਿੰਦੇ ਸੀ, ਆਪਣੇ ਭਜਨਾਂ ਵਿੱਚ ਆਮ ਕਹਿੰਦੇ ਸੀ ਕਿ ਜਦ ਵੀ ਤੁਹਾਨੂੰ ਕੋਈ ਦੁੱਖ, ਮੁਸ਼ਕਲ, ਤਕਲੀਫ ਆਉਂਦੀ ਹੈ,
ਕੋਈ ਤੁਹਾਡੀ ਬੇਇੱਜ਼ਤੀ ਕਰਦਾ ਹੈ, ਬੁਰਾ ਕਰਦਾ ਹੈ, ਉਸ ਸਮੇਂ ਆਪਦੀ ਕਮੀ ਕੱਢਿਆ ਕਰੋ ਕਿ ਇਹ ਮੇਰੇ ਹੀ ਕਰਮ ਮਾੜੇ ਨੇ। ਕੋਈ ਵੀ ਨਹੀਂ ਕਾਰਜ ਸਿੱਧ ਹੋ ਰਿਹਾ, ਆਪਦੇ ਕਰਮਾਂ ਦਾ ਦੋਸ਼ ਕੱਢੋ। ਗੁਰੂ ਸਾਹਿਬ ਕਹਿੰਦੇ ਨੇ ਦੋਸ਼ ਕਿਸੇ ਨੂੰ ਨਹੀਂ ਦੇਣਾ, ਦੋਸ਼ ਆਪਣੇ ਕਰਮਾਂ ਨੂੰ ਦੇਣਾ। ਰੋਸ ਨਾ ਕਾਹੂ ਸੰਗ ਕਰੋ, ਆਪਣਾ ਆਪ ਨਿਵਾਰ ਹੋਏ ਨਿਮਾਣਾ ਜਗਤ ਰਹੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸੰਸਾਰ ਵਿੱਚ ਕਿਸੇ ਦੇ ਗਿਲੇ ਸ਼ਿਕਵੇ ਨਾ ਕਰੋ, ਆਪਦੇ ਆਪ ਨੂੰ ਨੀਵਾਂ ਕਰ ਲਓ ਕਿ ਮੇਰੇ ਵਿੱਚ ਹੀ ਔਗਣ ਨੇ। ਨਿਮਾਣਾ ਰਹਿ ਕੇ ਜੱਗ ਵਿੱਚ ਰਹੇਗਾ ਤੇ ਰੱਬ ਪਰਮੇਸ਼ਰ ਨੀਵਿਆਂ ਤੇ ਨਜ਼ਰ ਕਰਦਾ ਹੈ, ਉੱਚਿਆਂ ਤੇ ਨਹੀਂ ਹੁੰਦੀ। ਤੂੰ ਨੀਵਾਂ ਹੋ ਕੇ ਰਹੇਗਾ, ਪਰਮੇਸ਼ਰ ਦੀ ਨਜ਼ਰ ਨਾਲ ਤੇਰਾ ਬੇੜਾ ਪਾਰ ਹੋ ਜਾਏਗਾ। ਕਿਸੇ ਦੇ ਦੋਸ਼ ਨਾ ਕਰੀ, ਆਪਣੇ ਆਪ ਨੂੰ ਨਿਵਾਰ ਨਹੀਂ। ਧਰੂ ਨੇ ਕਿਹਾ ਮੇਰੇ ਭਾਗਾਂ ਦਾ ਦੋਸ਼ ਹੈ, ਮੇਰੇ ਕਰਮਾਂ ਦਾ, ਮੇਰੇ ਪੱਲੇ ਭਗਤੀ ਨਹੀਂ। ਤਾਂ ਧਰੂ ਭਗਤੀ ਕਰਨ ਵਾਸਤੇ ਚੱਲਿਆ ਹੈ। ਗੁਰੂ ਸਾਹਿਬ ਕਹਿੰਦੇ, ਨਾਰਦ ਜੀ ਕਹਿੰਦੇ ਨੇ ਸੁਣ ਧਰੂ ਬਾਲਕ, ਭਜਨ ਮਾਹੇ ਲਪਟਾਨੋ। ਬਸ ਹੁਣ ਤੂੰ ਇੱਕੋ ਰੱਬ ਦੇ ਭਜਨ ਨਾਲ ਹੀ ਜੁੜ ਜਾ, ਦੇਖੀ ਫਿਰ ਪਰਮੇਸ਼ਰ ਕੀ ਕੀ ਰੰਗ ਲਿਆਉਂਦਾ। ਜਿਹੜੇ ਇੱਕੋ ਹੀ ਪਰਮੇਸ਼ਰ ਨਾਲ ਜੁੜ ਜਾਂਦੇ ਨੇ, ਸਾਰੀਆਂ ਮੁਸ਼ਕਲਾਂ ਨੂੰ ਝੱਲ ਲੈਂਦੇ ਆ। ਪਰਮੇਸ਼ਰ ਉਹਦੇ ਰਸਤੇ ਖੋਲ੍ਹੀ ਜਾਂਦਾ ਹੈ, ਸਤਿਗੁਰੂ ਉਹਦੇ ਰਸਤੇ ਖੋਲ੍ਹਦੇ ਆ। ਜਿੰਨੇ ਇੱਕੋ ਹੀ ਟੇਕ ਰੱਖ ਲਈਏ, ਤਰ ਜੀਅਰੇ ਏਕ ਟੇਕ ਤੂੰ ਲਾਹੇ ਬੇੜਾਨੀ ਆਸ, ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ। ਨਾਮ ਜਪਣ ਦੀ ਲੋੜ ਏ, ਡੋਲਣ ਦੀ ਲੋੜ ਨਹੀਂ, ਚਿੰਤਾ ਕਰਨ ਦੀ ਲੋੜ ਨਹੀਂ, ਕਿਸੇ ਨੂੰ ਮਾੜਾ ਕਹਿਣ ਦੀ ਲੋੜ ਨਹੀਂ। ਪਰਮੇਸ਼ਰ ਦੇ ਭਜਨ ਨਾਲ ਲੱਗ ਜਾਓ। ਅਚਲ ਅਮਰ ਨਿਰਪੈ ਪਦ ਪਾਇਓ, ਜਗਤ ਜਾਏ ਹੈਰਾਨੋ। ਕਹਿੰਦੇ ਉਸ ਬੱਚੇ ਨੇ ਅਚਲ ਅਮਰ ਨਿਰਪੈ ਇਹ ਪਦ ਪਾਏ, ਇਹ ਪਦਵੀ ਹੈ। ਜੇ ਕਿਸੇ ਦੇ ਡਰ ਉਤਰ ਜਾਣ, ਉਹ ਨਿਰਭੈ ਹੋ ਗਿਆ। ਡਰ ਉਤਰਨਗੇ ਰੱਬ ਦੇ ਡਰ ਨਾਲ, ਪਰਮੇਸ਼ਰ ਦੇ ਭੈ ਨਾਲ, ਉਹਦੇ ਭੈ 'ਚ ਰਹੇਗਾ। ਤਾਂ ਕਹਿੰਦੇ ਨਿਰਭੈ ਦੀ ਪਦਵੀ ਮਿਲ ਗਈ, ਅਮਰ ਦੀ ਮਿਲ ਗਈ ਕਿ ਮਰੇਗਾ ਨਹੀਂ। ਅਚਲ ਜਿਹੜੀ ਦਾਲ ਸੀ ਉਹ ਵੀ ਪ੍ਰਾਪਤ ਹੋ ਗਈ। ਪਦ ਪਾਇਆ, ਜਗਤ ਜਾਏ ਹੈਰਾਨੋ। ਸਾਰਾ ਸੰਸਾਰ ਹੈਰਾਨ ਹੋ ਗਿਆ ਕਿ 5 ਸਾਲ ਦੇ ਬੱਚੇ ਨੇ ਪਰਮੇਸ਼ਰ ਦੀ ਭਗਤੀ ਕੀਤੀ। 5 ਸਾਲ ਜੰਗਲ ਵਿੱਚ ਹੀ ਜੰਗਲਾਂ ਦੇ ਫਲ ਪੱਤੇ ਖਾਂਦਾ ਰਿਹਾ, ਭਗਤੀ ਕਰਦਾ ਰਿਹਾ। ਛੋਟਾ ਜਿਹਾ ਬੱਚਾ ਪਰਮੇਸ਼ਰ ਨੂੰ ਜਪਦਾ ਰਿਹਾ, ਇੱਕੋ ਹੀ ਭਰੋਸੇ ਦੇ ਬੈਠਾ ਰਿਹਾ। ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਸਾਡੀ ਜ਼ਿੰਦਗੀ ਦਾ। ਤੇਰੇ ਹੀ ਭਰੋਸੇ ਪਾਰ ਲੰਘੇ ਨਾ ਬੇੜਾ ਮੇਰੀ ਜ਼ਿੰਦੜੀ ਦਾ। ਤੇਰੇ ਹੀ ਭਰੋਸੇ ਪਾਰ ਲੰਘੇ ਨਾ ਬੇੜਾ ਮੇਰੀ ਜ਼ਿੰਦੜੀ ਦਾ। ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ। ਤੇਰੇ ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ। ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ। ਉਹ ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ। ਤੇਰੇ ਹੀ
ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ ਤੇਰੇ ਹੀ ਭਰੋਸੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ ਇੱਕ ਭਰੋਸੇ ਨਾਲ ਅਗੇ ਨਾਨਕ ਕਹਿਤ ਨਾਨਕ ਕਹਿਤ ਭਗਤ ਰਛਕ ਹਰ ਨਿਕਟ ਤਾਹੇ ਤੁਮ ਮਾਨੋ ਅਮਰ ਦੀ ਦਾਤ ਅਚਲ ਦੀ ਦਾਤ ਨਿਰਭੈ ਦੀ ਦਾਤ ਧਰੂ ਨੂੰ ਮਿਲ ਗਈ ਤਾਂ ਹੀ ਉਹ ਨਿਰਭੈ ਰਿਹਾ ਹੈ। ਗੁਰੂ ਨਾਨਕ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਭਗਤ ਰਸ਼ਕੇ ਪਰਮਾਤਮਾ ਭਗਤਾਂ ਦੀ ਰੱਛਿਆ ਕਰਦਾ ਹੈ। ਉਹਨੂੰ ਨੇੜੇ ਸਮਝ ਕਿ ਉਹ ਮੇਰੇ ਤੇ ਮਿਹਰ ਜ਼ਰੂਰ ਕਰੇਗਾ, ਮੇਰੇ ਤੇ ਕਿਰਪਾ ਜ਼ਰੂਰ ਕਰੇਗਾ। ਇਹ ਰਸਤਾ ਪਰਮੇਸ਼ਰ ਦੀ ਭਗਤੀ ਦਾ, ਉਹਦੇ ਆਸਰੇ ਓਟ ਦੇ ਨਾਲ ਚੱਲਣਾ, ਉਹਦੀ ਟੇਕ ਲੈ ਕੇ ਚੱਲਣਾ। ਜਿੱਥੇ ਕੋਈ ਵੀ ਨਹੀਂ ਉੱਥੇ ਕਹਿੰਦੇ ਗੁਰੂ ਕਿਰਪਾ ਕਰਦਾ ਹੈ। ਪਰਮੇਸ਼ਰ ਦਾ ਨਾਮ ਸਹਾਈ ਹੁੰਦਾ ਹੈ। ਜਿੱਥੇ ਕੋਈ ਵੀ ਤੇਰੇ ਨਾਲ ਨਹੀਂ ਉੱਥੇ ਰੱਬ ਦਾ ਨਾਮ ਸਹਾਇਤਾ ਕਰੇਗਾ। ਜਪ ਲੋ ਏਕ ਓੰਕਾਰ ਸਤਿਨਾਮ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਪਰਮੇਸ਼ਰ ਦੀ ਭਗਤੀ, ਗੁਰੂ ਸਾਹਿਬ ਦੀ ਸੇਵਾ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਉੱਥੇ ਸਾਰੇ ਹੀ ਵਿਰੋਧਤਾ ਵਿੱਚ ਸੀ ਬਾਬਾ ਦੀ ਕੁੰਦਨ ਸਿੰਘ ਮਹਾਰਾਜ ਜੀ ਦੀ। ਨਾਨਕ ਸਾਹਿਬ ਸੇਵਕ ਨਹੀਂ ਸੀ, ਸੇਵਕ ਤਾਂ ਹੌਲੀ ਹੌਲੀ ਸੇਵਾਦਾਰ ਬਣਦੇ ਗਏ। ਬਾਬਾ ਜੀ ਇੱਕ ਮਨ ਹੋ ਕੇ ਗੁਰੂ ਸਾਹਿਬ ਦੀ ਸੇਵਾ ਕਰ ਰਹੇ ਸੀ। ਫਿਰ ਹੌਲੀ ਹੌਲੀ ਸੇਵਾਦਾਰ ਆਉਂਦੇ ਗਏ। ਗੁਰਮੁਖ ਹਾਰ ਚੱਲੇ ਜਗ ਜੀਤਾ। ਨਿਮਰਤਾ ਬਹੁਤ ਸੀ ਬਾਬਾ ਕੁੰਦਨ ਸਿੰਘ ਜੀ 'ਚ।
ਚਾਰੇ ਪਾਸੇ ਵਿਰੋਧੀ ਸੀ। ਉਹ ਸੇਵਕ ਨਹੀਂ ਸੀ ਬਾਬਾ ਜੀ ਦੇ। ਬਾਬਾ ਈਸ਼ਰ ਸਿੰਘ ਜੀ ਦੇ ਤਾਂ ਸਾਰੇ ਸੇਵਕ ਸੀ। ਜਦੋਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਆਏ, ਇਹਨਾਂ ਦੇ ਸਾਰੇ ਸੇਵਕ ਨਹੀਂ ਸੀ, ਸਾਰੇ ਬਰਾਬਰ ਦੇ ਬਣਦੇ ਸੀ। ਥੋੜ੍ਹੇ ਹੀ ਸੇਵਕ ਇੰਨੀ ਗੁਰੂ ਸਾਹਿਬ ਦੀ ਸੇਵਾ ਕੀਤੀ ਦਿਨ ਰਾਤ ਬਾਬਾ ਜੀ ਨੇ ਕਿ ਚਾਰੇ ਪਾਸੇ ਸਾਰੇ ਸੇਵਕ ਬਾਬਾ ਜੀ ਦੇ ਬਣ ਗਏ। ਇੱਕੋ ਹੀ ਟੇਕ ਲਈ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਕਿ ਮੇਰੇ ਮਾਲਕ ਤੂੰ ਮੇਰੇ ਵੱਲ ਹੈ। ਜੇ ਬਾਬਾ ਜੀ ਚੌਰ ਕਰਦੇ ਸੀ ਤੇ ਇੱਕ ਪਾਸੇ ਨਿਮਾਣੇ ਜਿਹੇ ਹੋ ਗਏ। ਜਿੰਨੀਆਂ ਸੇਵਾ ਕਰਦੇ ਸੀ ਨਿਮਰਤਾ ਦੇ ਨਾਲ, ਗੁਰਦੁਆਰੇ ਜਾਂਦੇ ਸੀ ਨਿਮਰਤਾ ਦੇ ਨਾਲ। ਇਹ ਭਗਤੀ ਬਾਬਾ ਕੁੰਦਨ ਸਿੰਘ ਜੀ ਨੂੰ ਮਿਲੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਬਾਬਾ ਆਨੰਦ ਸਿੰਘ ਜੀ ਦੀ ਵਿਰੋਧਤਾ ਹੋਣ ਹੀ ਨਹੀਂ ਦਿੱਤੀ ਪੁੱਛੋ ਵਾਲਿਆਂ ਨੇ। ਉਹਨਾਂ ਕਿਹਾ ਤੈਨੂੰ ਸਾਰਾ ਕੁਝ ਮਿਲ ਗਿਆ, ਨਿਕਲ ਜਾ ਹੁਣ ਇੱਥੋਂ, ਸਾਰਾ ਕੁਝ ਤੈਨੂੰ ਦੇਤਾ, ਹੁਣ ਬਸ ਨਿਕਲ ਜਾ। ਕੋਈ ਜਗ੍ਹਾ ਵੇਖਣ ਦੀ ਲੋੜ ਨਹੀਂ, ਜਿੱਥੇ ਜਾਏਗਾ ਉੱਥੇ ਹੀ ਰੰਗ ਭਾਗ ਲੱਗ ਜਾਣਗੇ, ਉੱਥੇ ਹੀ ਰੱਬ ਆਣ ਕੇ ਬੈਠ ਜਾਏਗਾ। ਬਾਬਾ ਈਸ਼ਰ ਸਿੰਘ ਜੀ ਨੂੰ ਸਾਰੇ ਤੰਗ ਕਰਨ ਲੱਗੇ, ਸਾਰੇ ਵਿਰੋਧੀ ਹੋ ਗਏ। ਬਾਬਾ ਆਨੰਦ ਸਿੰਘ ਨੇ ਕਿਹਾ ਵੀ ਹੁਣ ਤੂੰ ਪਾਸੇ ਜਾ ਕੇ ਭਗਤੀ ਕਰ, ਈਰਖਾ 'ਚ ਨਹੀਂ ਰਹਿਣਾ। ਉਹ 7 ਸਾਲ ਬੰਦਗੀ ਕਰਦੇ ਰਹੇ ਆਸ ਪਾਸੇ ਹੋ ਕੇ। 7 ਸਾਲਾਂ ਬਾਅਦ ਹੁਕਮ ਹੋ ਗਿਆ, ਜਾਓ ਨਾਨਕਸਰ ਸੰਭਾਲੋ, ਸਾਰੇ ਪਾਸੇ ਕਰ ਦਿਆਂਗੇ। ਬਾਬਾ ਜੀ ਨੇ ਤਾਂ ਸੇਵਾ ਸੰਭਾਲੀ ਜੇ ਸਾਰੇ ਵਿਰੋਧੀ ਪਾਸੇ ਹਟ ਗਏ। ਬਾਬਾ ਈਸ਼ਰ ਸਿੰਘ ਜੀ ਨੇ ਕਿਹਾ ਇਵੇਂ ਸਵਾਦ ਨਹੀਂ ਗਾ, ਸਵਾਦ ਇਹ ਜੇ ਕਿਤੇ ਵਿਰੋਧੀਆਂ ਦੇ ਵਿੱਚ ਰਹੀਏ। ਵਿਰੋਧੀ ਖਤਮ ਕਰਦੇ, ਵਿਰੋਧੀ ਚਲੇ ਗਏ। ਫਿਰ ਅਸੀਂ ਭਜਨ ਪਾਠ ਕੀਤਾ, ਵਿਰੋਧੀਆਂ ਤੋਂ ਪਾਸੇ ਹੋ ਕੇ ਬੈਠ ਕੇ ਆਣ ਕੇ। ਇਹ ਬਾਬਾ ਆਨੰਦ ਸਿੰਘ ਦੀ ਪੜ੍ਹਾਈ ਸੀ। ਬਾਬਾ ਈਸ਼ਰ ਸਿੰਘ ਜੀ ਦੀ ਪੜ੍ਹਾਈ ਉਸ ਤੋਂ ਵੀ ਉੱਪਰ ਸੀ। ਬਾਬਾ ਕੁੰਦਨ ਸਿੰਘ ਜੀ ਦੀ ਪੜ੍ਹਾਈ ਸਭ ਤੋਂ ਉੱਤੇ ਸੀ। ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਬਾਬਾ ਈਸ਼ਰ ਸਿੰਘ ਜੀ ਕਹਿੰਦੇ ਸੀ ਮਰਦ ਉਹ ਹੈ ਜਿਹੜਾ ਦੀਵਾ ਬਾਲੇ ਹਨੇਰੀ 'ਚ, ਹਨੇਰੀ 'ਚ ਬਾਲ ਕੇ ਦਿਖਾਏ। ਬਲ ਨਹੀਂ ਸਕਦਾ, ਦੀਵਾ ਬੁਝੇਗਾ, ਪਰ ਕਹਿੰਦੇ ਮਰਦ ਉਹ ਹੈ ਜਿਹੜਾ ਹਨੇਰੀਆਂ 'ਚ ਦੀਵਾ ਬਾਲੇ। ਫਿਰ ਉਹ ਬਾਬਾ ਕੁੰਦਨ ਸਿੰਘ ਦੇ ਰੂਪ ਵਿੱਚ ਬਾਬਾ ਜੀ ਨੇ ਕਰਕੇ ਦਿਖਾਇਆ। ਕੋਈ ਵਿਰੋਧੀ ਨਹੀਂ ਭਜਾਇਆ, ਕਿਸੇ ਵਿਰੋਧੀ ਨੂੰ ਮਾਰਿਆ ਨਹੀਂ, ਕਿਸੇ ਵਿਰੋਧੀ ਤੋਂ ਕਿਨਾਰਾ ਨਹੀਂ ਕੀਤਾ। ਸਾਰੇ ਵਿਰੋਧਤਾ ਵਾਲੇ ਉਹਨਾਂ ਦੇ ਵਿੱਚ ਰਹੇ। ਬਾਬਾ ਖੇਮ ਸਿੰਘ ਜੀ ਮਹਾਰਾਜ ਤੇ ਬਾਬਾ ਮੀਆਂ ਸਿੰਘ ਜੀ ਬੜੇ ਕਮਾਈ ਵਾਲੇ ਸੀ। ਬਾਬਾ ਜੀ ਪੁੱਛੋ ਰਹਿੰਦੇ ਸੀ। ਬਾਬਾ ਖੇਮ ਸਿੰਘ ਜੀ ਇੱਕੋ ਨਾਮ 'ਚ ਲਗਨ ਸੀ। ਇਹ ਭੋਰਾ ਵੀ ਵਿਰੋਧਤਾ ਨਹੀਂ ਝੱਲ ਸਕਦੇ ਸੀ। ਬਾਬਾ ਖੇਮ ਸਿੰਘ ਜੀ ਦਾ ਮਨ ਬੜਾ ਨਿਰਮਲ ਸੀ। ਨਾਨਕਸਰ 'ਚ ਰਹਿੰਦਿਆਂ ਕਿਸੇ ਨੇ ਵਿਰੋਧਤਾ ਕੀਤੀ ਤੇ ਛੱਡ ਕੇ ਚਲੇ ਗਏ ਸੀ। ਉਹਨਾਂ ਕਿਹਾ ਵੀ ਕਥਾ ਮੈਂ ਕਰਨੀ ਹੈ। ਇਹਨਾਂ ਨੇ ਝੋਲਾ ਚੱਕਿਆ, ਬਾਬਾ ਜੀ ਅੱਗੇ ਪਰਚੀਆਂ ਪਾਈਆਂ ਤੇ ਨਾਨਕਸਰੋਂ ਚਲੇ ਗਏ। ਮਨ ਚੱਲ ਨਹੀਂ ਸਕਦਾ ਹਰ ਇੱਕ ਦਾ। ਬਾਬਾ ਮੀਆਂ ਸਿੰਘ ਜੀ ਕਹਿੰਦੇ ਸੀ ਬਾਬਾ ਕੁੰਦਨ ਸਿੰਘ ਜੀ ਧੰਨ ਨੇ, ਕਹਿੰਦੇ ਜ਼ਹਿਰੀਲੇ ਸੱਪਾਂ 'ਚ ਰਹਿੰਦੇ ਆ, ਜ਼ਹਿਰੀਲੇ। ਇਹਨਾਂ ਵਰਗੀ ਭਗਤੀ ਕੋਈ ਕਰ ਨਹੀਂ ਸਕਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹਿੰਦੇ ਇੱਕ ਭਗਤ ਸੀ, ਉਹਨਾਂ ਦੀ ਪ੍ਰੀਖਿਆ ਹੋਈ ਵੀ ਕੋਲਿਆਂ ਤੇ ਚੱਲੋ, ਅੱਗ ਦੇ ਬਲਦੇ ਅੰਗਿਆਰਿਆਂ ਤੇ। ਉਹ ਡੋਲ ਕੇ ਉਹਨਾਂ ਰੱਬ ਅੱਗੇ ਅਰਦਾਸ ਕੀਤੀ ਵੀ ਮੈਂ ਅੰਗਿਆਰਿਆਂ ਤੇ ਕਿਵੇਂ ਚੱਲਾਂਗਾ। ਪਰਮੇਸ਼ਰ ਨੇ ਫੁੱਲ ਬਣਾ ਦਿੱਤੇ।
ਪਰ ਦੇਵਤੇ ਜਿਹੜੇ ਸੀ ਉਹ ਵੇਖ ਕੇ ਹੱਸ ਪਏ ਕਿ ਭਗਤਾਂ ਨੂੰ ਤਾਂ ਪ੍ਰਵਾਹ ਨਹੀਂ ਹੁੰਦੀ, ਇਹ ਪਰਮੇਸ਼ਰ ਸਹਾਈ ਹੋ ਗਿਆ, ਫੁੱਲ ਬਣਾ ਦੇ। ਕਹਿੰਦੇ ਨੇ ਫਿਰ ਆਇਆ ਸਮਾਂ ਪ੍ਰਹਿਲਾਦ ਦਾ। ਪ੍ਰਹਿਲਾਦ ਨੂੰ ਕਿਹਾ ਪਾ ਤੱਤੇ ਥੰਮਾਂ ਨੂੰ ਜੱਫੀਆਂ ਜੇ ਤੇਰਾ ਰੱਬ ਰੱਖੇ, ਦੇਖਾਂਗੇ ਤੈਨੂੰ ਕਿਵੇਂ ਰੱਬ ਰੱਖਦਾ। ਤੇ ਪ੍ਰਹਿਲਾਦ ਡੋਲ ਗਿਆ ਕਿ ਮੈਂ ਤੱਤੇ ਥੰਮ ਨਾਲ ਤਾਂ ਸੜ ਜਾਵਾਂਗਾ। ਕਹਿੰਦੇ ਉਸ ਸਮੇਂ ਕੀੜੀ ਬਣ ਕੇ ਪ੍ਰਮਾਤਮਾ ਥੰਮ ਦੇ ਉੱਤੇ ਚੱਲਿਆ, ਵੀ ਅੰਗਿਆਰ ਵਰਗਾ ਲਾਲ ਲੋਹੇ ਦਾ ਥੰਮ ਤੇ ਉੱਤੇ ਕੀੜੀ ਚੱਲੀ ਜਾ ਰਹੀ ਹੈ, ਨਹੀਂ ਸੜਦੀ। ਪ੍ਰਹਿਲਾਦ ਤੈਨੂੰ ਕੀ ਹੋਣ ਲੱਗਾ ਹੈ? ਪ੍ਰਹਿਲਾਦ ਨੇ ਫਿਰ ਤੱਤੇ ਥੰਮ ਨੂੰ ਜਦੋਂ ਜੱਫੀ ਪਾਈ ਤੇ ਜੱਫੀ ਕਾਹਦੀ ਪਾਈ, ਵਿੱਚੋਂ ਰੱਬ ਪ੍ਰਗਟ ਆਇਆ, ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਨਾਲ। ਪਰ ਕਹਿੰਦੇ ਦੇਵਤਿਆਂ ਨੇ ਸਾਰਿਆਂ ਨੇ ਆਖਿਆ ਵੀ ਆਹ ਤਾਂ ਪਰਮੇਸ਼ਰ ਤੂੰ ਪੱਖ ਕਰ ਗਿਆ। ਤਾਂ ਫਿਰ ਨਿਰੰਕਾਰ ਨੇ ਕਿਹਾ ਇਹ ਕੌਤਕ ਅਸੀਂ ਆਪ ਕਰਾਂਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪਾਲੋ ਸਿਰ 'ਚ ਤੱਤੀ ਰੇਤਾ, ਠੰਡੀ ਨਹੀਂ ਕੀਤੀ। ਅੱਗ ਦਾ ਸੁਭਾਅ ਸੀ ਤੱਤਾ, ਨਹੀਂ ਠੰਡਾ ਕੀਤਾ। ਤਵੀ ਠੰਡੀ ਨਹੀਂ ਕੀਤੀ। ਨਾਮ ਦੇ ਨਾਲ ਕੀ ਨਹੀਂ ਹੋ ਸਕਦਾ। ਸਰੀਰ 'ਚ ਛਾਲੇ ਪਏ ਗੁਰੂ ਅਰਜਨ ਸਾਹਿਬ ਦੇ, ਸਰੀਰ ਗਲ ਗਿਆ। ਤੱਤੀ ਤਵੀ ਦੇ ਉੱਤੇ ਸਰੀਰ ਗਾਲਤਾ। ਫਿਰ ਕਹਿੰਦੇ ਜੀ ਤੱਤਾ ਤੱਤਾ ਸਰੀਰ, ਕਹਿੰਦੇ ਇਸ਼ਨਾਨ ਨਦੀ 'ਚ ਲੈ ਗਏ। ਨਦੀ ਨਹੀਂ ਉਸ ਸਮੇਂ ਠੰਡੀ ਗਰਮ ਕੀਤੀ, ਠੰਡੀ ਤੇ ਠੰਡੀ ਰਹੀ ਨਦੀ, ਠੰਡੀ ਰਹੀ। ਧੁੱਪ ਤੱਤੀ ਰਹੀ ਦੁਪਹਿਰ ਦੀ, ਗਰਮੀ ਦਾ ਹਾੜ ਦਾ ਮਹੀਨਾ ਗਰਮ ਰਿਹਾ, ਸੂਰਜ ਗਰਮ ਰਿਹਾ, ਲੋਹ ਥੱਲੇ ਵਾਲੀ ਗਰਮ ਰਹੀ, ਰੇਤਾ ਗਰਮ ਰਹੀ, ਚੰਦੂ ਗਰਮ ਰਿਹਾ। ਕਿਸੇ ਦਾ ਸੁਭਾਅ ਨਹੀਂ ਬਦਲਿਆ। ਗੁਰੂ ਅਰਜਨ ਸਾਹਿਬ ਨੇ ਸਭ ਕੁਝ ਝੱਲ ਰਿਹਾ ਤੇ ਜੈ ਜੈਕਾਰ ਹੋ ਗਈ। ਗੁਰੂ ਅਰਜਨ ਸਾਹਿਬ ਵਰਗਾ ਕੋਈ ਨਹੀਂ ਜਿਹੜਾ ਸਭ ਕੁਝ ਝੱਲ ਜਾਵੇ। ਪਹਿਲਾਂ ਹੀ ਉਹ ਝੱਲਦੇ ਆ ਰਹੇ ਸੀ। ਉਹਨਾਂ ਦਾ ਭਰਾ ਬੜਾ ਤੱਤਾ ਸੀ, ਬੜਾ ਦੁੱਖ ਦਿੰਦਾ ਸੀ, ਬੜੇ ਬੋਲ ਕਬੋਲ ਬੋਲਦਾ ਸੀ, ਨੀਵੇਂ ਹੋ ਕੇ ਸਾਰੇ ਹੀ ਚੱਲਦੇ ਸਨ। ਉਹਨਾਂ ਦਾ ਸੁਭਾਅ ਤਾਂ ਪਹਿਲਾਂ ਹੀ ਚੱਲਣ ਵਾਲਾ ਬਣਿਆ ਸੀ। ਬਾਬਾ ਖੇਮ ਸਿੰਘ ਜੀ ਕਹਿੰਦੇ ਸੀ ਵੱਡਾ ਕਿਹੜਾ ਹੈ? ਕਹਿੰਦੇ ਵੱਡਾ ਜਿਹੜਾ ਚੱਲ ਲਵੇ। ਵੱਡਾ ਕਿਹੜਾ? ਕਹਿੰਦਾ ਜਿਹੜਾ ਤਿਆਗ ਕਰਦੇ। ਦੂਜਾ ਕਹੇ ਆ ਮੇਰੀ ਵਸਤੂ ਹੈ, ਕਿ ਚੱਲ ਤੂੰ ਲੈ ਲਾ। ਕਹਿੰਦੇ ਜਿਹਨੇ ਛੱਡੀ ਉਹ ਵੱਡਾ ਹੈ, ਜਿਹਨੇ ਕਬਜ਼ਾ ਕਰ ਲਿਆ ਉਹ ਨਹੀਂ ਵੱਡਾ। ਜਿਹਨੇ ਧੱਕਾ ਝੱਲ ਲਿਆ ਉਹ ਵੱਡਾ ਹੈ, ਜਿਹਨੇ ਧੱਕਾ ਕੀਤਾ ਹੈ ਉਹ ਨਹੀਂ ਵੱਡਾ। ਇਹ ਫਿਰ ਬਾਬਾ ਕੁੰਦਨ ਸਿੰਘ ਜੀ ਨੇ ਕਰਕੇ ਵਿਖਾਈ ਹੈ। ਗੁਰੂ ਸਾਹਿਬ ਹੈ ਤਾਂ ਵੱਡੇ ਆ, ਪਰ ਗੁਰੂ ਸਾਹਿਬ ਕਹਿੰਦੇ ਮੇਰੇ ਤੋਂ ਭਗਤ ਵੱਡੇ ਆ। ਕਹਿੰਦੇ ਮੇਰੇ ਤੋਂ ਵੀ ਭਗਤ ਵੱਡੇ ਆ। ਕਿਉਂ ਵੱਡੇ ਆ? ਸਾਰੇ ਗੁਰੂਆਂ ਨੇ ਈਰਖਾ ਕਰਕੇ ਜਗ੍ਹਾ ਛੱਡ ਕੇ ਦੂਜੀ ਥਾਂ ਚਲੇ ਗਏ। ਉੱਥੇ ਨਹੀਂ ਰਹੇ ਜਿੱਥੇ ਵਿਰੋਧਤਾ ਈਰਖਾ ਛੱਡਣਾ ਪਿਆ ਥਾਂ। ਤੇ ਬਾਬਾ ਕੁੰਦਨ ਸਿੰਘ ਜੀ ਨੇ ਕਿਹਾ ਸੀ ਇੱਥੇ ਹੀ ਮਰਾਂਗੇ ਗੁਰੂ ਗ੍ਰੰਥ ਸਾਹਿਬ ਕੋਲ, ਜੋ ਮਰਜ਼ੀ ਕਰ ਲਓ। ਸੇਵਾ ਬਾਬਾ ਜੀ ਈਸ਼ਰ ਸਿੰਘ ਜੀ ਕਹਿੰਦੇ ਸੀ ਸੇਵਾ ਨਹੀਂ ਛੱਡਣੀ, ਭਾਵੇਂ ਸਿਰ ਲੱਗ ਜੇ। ਸਿਰ ਦੇ ਬਦਲੇ ਸੇਵਾ ਦਿੱਤੀ। ਇਹ ਮਰ ਜੀਵਣਿਆਂ ਵਾਲੀ ਪੜ੍ਹਾਈ ਧੰਨ ਬਾਬਾ ਕੁੰਦਨ ਸਿੰਘ ਜੀ ਵਰਗੀ ਕੋਈ ਕਰ ਨਹੀਂ ਸਕਦਾ, ਜਿਹੜੀ ਗੁਰੂ ਨਾਨਕ ਸਾਹਿਬ ਨੇ ਆਪ ਹਿਰਦੇ 'ਚ ਬੈਠ ਕੇ ਕਰਾਈ। ਜਿਹੜੀ ਬਾਬਾ ਈਸ਼ਰ ਸਿੰਘ ਬਾਬਾ ਆਨੰਦ ਸਿੰਘ ਨੇ ਪੁੱਚੋ ਵਾਲਿਆਂ ਨੇ ਅੰਦਰ ਬੈਠ ਕੇ ਕਰਾਈ ਏ। ਇਸ ਕਰਕੇ ਬਾਬਾ ਕੁੰਦਨ ਸਿੰਘ ਜੀ ਸਭ ਤੋਂ ਹੀ ਵੱਡੇ ਨੇ, ਸਭ ਤੋਂ ਸ਼ਕਤੀਸ਼ਾਲੀ ਨੇ, ਜਿਨ੍ਹਾਂ ਨੇ 1 ਸਾਲ ਨਹੀਂ 2 ਸਾਲ ਨਹੀਂ। ਕਹਿੰਦੇ ਤੈਨੂੰ ਧੱਕਾ ਕਰਦਿਆਂ ਮੇਰੇ ਨਾਲ 4 ਸਾਲ ਹੋ ਗਏ, 10 ਸਾਲ ਹੋ ਗਏ ਮੈਨੂੰ ਧੱਕਾ ਸਹਿੰਦਿਆਂ ਨੂੰ। ਹੁਣ ਨਹੀਂ ਮੈਂ ਸਹਿ ਸਕਦਾ। ਮੈਂ ਬੁੱਢਾ ਹੋ ਗਿਆ ਧੱਕੇ ਸਹਿ ਕੇ।
ਹੁਣ ਨਹੀਂ ਮੈਂ ਸਹਿ ਸਕਦਾ। ਧੰਨ ਬਾਬਾ ਕੁੰਦਨ ਸਿੰਘ ਜੀ, ਉਹਨਾਂ ਨੇ ਕਿਹਾ ਨਾ ਮੈਂ ਭਾਵੇਂ ਬੁੱਢਾ ਹੋ ਜਾ, ਭਾਵੇਂ ਮੈਂ ਮਰ ਜਾਵਾਂ, ਸਾਰਾ ਕੁਝ ਹੀ ਸਹਿਣ ਕਰਾਂ। ਇਹ ਅਸੀਂ ਅੱਖੀ ਦੇਖਿਆ, ਗੱਲਾਂ ਨਹੀਂ। ਇਹ ਸਭ ਕੁਝ ਅੱਖੀ ਦੇਖਿਆ ਹੈ। ਵੱਡਾ ਉਹ ਹੈ ਜਿਹੜਾ ਮਹਾਂਪੁਰਸ਼ ਜਿਨ ਨਾਮ ਧਿਆਇਆ ਗਏ ਮਸ਼ੱਕਤ। ਮਸ਼ੱਕਤ ਕੌਣ ਕਰ ਲੇਗਾ? ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਫਿਰ ਸਾਰੀ ਦੁਨੀਆ ਨੂੰ ਤਾਰ ਕੇ ਲੈ ਗਏ ਬਾਬਾ ਕੁੰਦਨ ਸਿੰਘ ਜੀ। ਜਦੋਂ ਘੱਲੂਘਾਰਾ ਮਚਿਆ, ਦਰਬਾਰ ਸਾਹਿਬ ਇੱਧਰ ਉੱਧਰ ਅਤਵਾਦ ਚੱਲਿਆ, ਬਹੁਤ ਕੁਝ ਹੋਣ ਲੱਗਿਆ। ਪੁਲਿਸ ਫੜ ਫੜ ਮਾਰਨ ਲੱਗੀ, ਕਈ ਕੁਝ ਹੋਣ ਲੱਗੇ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਸਾਰਾ ਦੁੱਖ ਆਪਦੇ ਸਰੀਰ ਤੇ ਲੈ ਲਿਆ, ਦੁਨੀਆ ਨੂੰ ਸੁੱਖ ਦੇ ਦਿੱਤਾ। ਐਸੇ ਮੁਰਸ਼ਦ ਮਹਾਂਪੁਰਖ ਜਿਨ੍ਹਾਂ ਦੀ ਵਡਿਆਈ ਬਾਬਾ ਖੇਮ ਸਿੰਘ ਜੀ ਵੀ ਕਰਦੇ ਸੀ, ਸਾਰੇ ਮਹਾਂਪੁਰਸ਼ ਕਰਦੇ ਸੀ। ਇੱਥੋਂ ਤੱਕ ਮੈਂ ਵਿਰੋਧੀ ਜਿਹੜੇ 30-40 ਸਾਲ ਵਿਰੋਧਤਾ ਵਿੱਚ ਰਹੇ, ਉਹਨਾਂ ਨੇ ਕਿਹਾ ਵੀ ਬੜਾ ਸਿਰੜੇ ਹੁੰਦਾ, ਬੜੀ ਕਮਾਈ, ਬੜਾ ਸਿਰੜੇ, ਬੜੀ ਵੱਡੀ ਕਮਾਈ ਹੈ। ਉਹ ਵੀ ਚੌਕੇ ਸੀ ਬਾਬਾ ਜੀ ਅੱਗੇ। ਉਹਨਾਂ ਦੀ ਭਗਤੀ ਵੇਖ ਕੇ ਧਨ ਜੀਓ ਤਹਿ ਕੋ ਜਗ ਮੇ ਮੁਖ ਤੇ ਹਰ ਚਿਤ ਮੇ ਜੁਦ ਵਿਚਾਰੀ। ਦੇ ਸ਼ਿਵਾ ਭਰ ਮੋਹੇ ਇਹ ਸ਼ੁਭ ਕਰਮਣ ਤੇ ਕਬ ਹੂੰ ਨਾ ਡरूं। ਆਰਸਿਓ ਜਬ ਜਾਏ ਲरूं ਨਿਸ਼ਚੇ ਕਰ ਆਪਣੀ ਜੀਤ ਕਰੂੰ। और सिखो अपने ही मन को ये लालच हो गुण तो उचरो। जब आओ की ओद निधान बने अत ही रण में तब जूझ मरो। ना डरांगा, आपदे अंदर ही सारी लड़ाई करांगा, अपने मन दे नाल निश्चय रखांगा कि जित मेरी होए। कदी नहीं हार, निश्चय की हार नहीं होने देनी। काम कोई शुरू कर लो, जिथे मर्जी जाके खड़ जो, समझो मेरे गुरु मेरे नाल है। निश्चय गुरु गोबिंद सिंह जी कहते मैनू निश्चय कि भावें सारे दुश्मन मैनू घेरी बैठे, जित मेरी होनी। 22 धार दे राजे रंगजेब सारे आ जान, होर भी शक्तियां आ जान, पर गुरु गोबिंद सिंह जी कहते मेरा निश्चय कि जित गोबिंद दी होएगी, जित किसी दी नहीं होने लगी। निश्चय कर अपनी जीत करो। जेड़े बंदे दा निश्चय ही टुट गया कि मेरा की बनेगा, फिर भाई रब की करेगा तेरे अगे? तेरा तो निश्चय ही नहीं हैगा। निश्चय दे नाल ही सब कुछ करीदा। सिखां ने निश्चय नाल जित्ता जित्तियां ने, मोर्चे जित्तिया। महाराजा रणजीत सिंह का निश्चय बन गया, राजे तो महाराजा बन गया। निश्चय सी, भरोसा सी गुरु साहब की। आपदी हिम्मत नहीं हारनी, कहते हार जे शरीर हारदा तो हथ पैर हार दे हार जान। आखिरी दम तक अपनी ही जित रखनी, गुरु साहब नूं सहाई रखना है। ये बाबा कुंदन सिंह जी महाराज की जो वडियाई सी, ये ना पढ़ी किते, ना सुनी किते, ना देखी। ऐसी कमाई तो बाबा कुंदन सिंह दे विच ही देखी। धन बाबा कुंदन सिंह जी महाराज दियां धन कमाइयां। हुण हुक्मनामा सुनो, नाल ही पाठ आरंभ कर लो सारी संगत। फिर उस तो परंत कीर्तन आसा दी वार सारे शब्द कीर्तन होंगे। धन गुरु नानक।
ਹਰਿ ਜਿਸ ਗਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ